मॉर्निंग एवरीवन। ਅੱਜ ਆਪਾਂ ਇਕਨੋਮਿਕਸ ਦਾ ਪਾਰਟ ਸੀ ਪੰਜਾਬ ਇਕਨੋਮੀ ਦਾ ਚੈਪਟਰ ਨੰਬਰ 27 ਇੰਡਸਟਰੀਅਲ ਡਿਵੈਲਪਮੈਂਟ ਆਫ ਪੰਜਾਬ ਵਿੱਚ ਉਦਯੋਗਿਕ ਵਿਕਾਸ ਕਿੱਥੇ ਕਿਵੇਂ ਕਿਹੜੇ ਕਾਰਨਾਂ ਨਾਲ ਤੇ ਕਿਵੇਂ ਹੋ ਰਿਹਾ ਹੈ ਔਰ ਉਹਨਾਂ ਦੀ ਰੁਕਾਵਟ ਦੇ ਕੀ ਕਾਰਨ ਹਨ ਆਪਾਂ ਇਸ ਚੈਪਟਰ ਦੇ ਵਿੱਚ ਪੜਾਂਗੇ। ਠੀਕ ਹੈ, ਇਸ ਚੈਪਟਰ ਦੇ ਵਿੱਚ ਆਪਣਾ ਪਹਿਲਾ ਪੁਆਇੰਟ ਹੈ ਕਿ ਇੰਡਸਟਰੀਅਲਾਈਜੇਸ਼ਨ ਦੇ ਆਪਾਂ ਇੰਟਰੋਡਕਸ਼ਨ ਪੜਾਂਗੇ ਕਿ ਉਦਯੋਗੀਕਰਨ ਹੁੰਦਾ ਕੀ, ਇਹਦੇ ਵਿਕਾਸ ਦੀ ਵਜ੍ਹਾ ਕੀ ਹੈ, ਇਹਦੀ ਇੰਟਰੋਡਕਸ਼ਨ ਦੇ ਵਿੱਚ ਪੜਾਂਗੇ। ਠੀਕ ਹੈ, ਸੈਕਿੰਡ ਆਪਾਂ ਪੜਾਂਗੇ ਇਹਦੀ ਲੋਕੇਸ਼ਨਸ ਕਿੱਥੇ ਨੇ ਇੰਡਸਟਰੀਜ਼ ਦੀਆਂ, ਪੰਜਾਬ ਦੇ ਕਿਹੜੇ ਸੈਂਟਰਸ, ਕਿਹੜੀ ਇੰਡਸਟਰੀਜ਼ ਕਿਹੜੀ ਜਗ੍ਹਾ ਦੇ ਵਿੱਚ ਪਾਏ ਜਾ ਰਹੇ, ਇੰਡਸਟਰੀਅਲ ਸੈਂਟਰ ਕਿੱਥੇ ਪਾਏ ਜਾ ਰਹੇ, ਆਪਾਂ ਸੈਕਿੰਡ ਟੌਪਿਕ ਦੇ ਵਿੱਚ ਇਹ ਪੜਾਂਗੇ। ਠੀਕ ਹੈ, ਥਰਡ ਟੌਪਿਕ ਹੈ ਆਪਣਾ ਕਿ ਆਪਾਂ ਨੂੰ ਇੰਡਸਟਰੀਅਲਾਈਜੇਸ਼ਨ ਮਤਲਬ ਕਿ ਉਦਯੋਗੀਕਰਨ ਦੀ ਜ਼ਰੂਰਤ ਕੀ ਹੈ। ਠੀਕ ਹੈ, ਔਰ ਇਹ ਕੀ ਰੋਲ ਪਲੇ ਕਰਦੀ ਹੈ ਆਪਣੇ ਪੰਜਾਬ ਇਕਨੋਮੀ ਦੇ ਵਿੱਚ, ਕੀ ਰੋਲ ਪਲੇ ਕਰਦੀ ਹੈ। ਸੈਕਿੰਡ ਪਾਰਟ ਆਪਣੇ ਕੋਲ ਥਰਡ ਹੈ ਕਲਾਸੀਫਿਕੇਸ਼ਨ ਆਫ ਇੰਡਸਟਰੀਜ਼ ਪੜਾਂਗੇ, ਮਤਲਬ ਕਿ ਉਦਯੋਗਾਂ ਦਾ ਵਰਗੀਕਰਨ ਕਰਨਾ ਹੈ। ਦੋ ਭਾਗਾਂ ਵਿੱਚ ਕਰਾਂਗੇ, ਇੱਕ ਛੋਟੇ ਤੇ ਕੋਟੇਜ ਭਾਗਾਂ ਦੇ ਵਿੱਚ, ਕੋਟੇਜ ਵੀ ਕਹਿ ਸਕਦੇ ਹਾਂ ਉਹਨੂੰ। ਠੀਕ ਹੈ, ਔਰ ਸੈਕਿੰਡ ਆਪਾਂ ਵੱਡੇ ਤੇ ਮੱਧਮ ਦੇ ਵਿੱਚ ਪੜਾਂਗੇ। ਠੀਕ ਹੈ, ਪਹਿਲਾਂ ਆਪਣੇ ਦੇਖੋ ਛੋਟੇ ਤੇ ਕੋਟੇਜ। ਠੀਕ ਹੈ, ਸਮਾਲ ਸਕੇਲ ਤੇ ਕੋਟੇਜ ਇੰਡਸਟਰੀ ਇਨ ਪੰਜਾਬ। ਠੀਕ ਹੈ, ਇਹਦੇ ਮੁੱਖ ਛੋਟੇ ਪੱਧਰ ਕਿਹੜੇ ਹਨ ਵਾਲੇ ਉਦਯੋਗ ਉਹ ਪੜਾਂਗੇ। ਠੀਕ ਹੈ, ਫਿਰ ਉਸ ਦੇ ਕਾਰਨ ਤੇ ਉਹਦੇ ਮਹੱਤਵ, ਇਸੇ ਛੋਟੇ ਤੇ ਕੋਟੇਜ ਉਦਯੋਗਾਂ ਦੇ ਵੀ ਜਿਹੜੇ ਆਪਾਂ ਪਾਰਟ ਪੜ੍ਹਨੇ ਨੇ। ਠੀਕ ਹੈ, ਉਹਦੇ ਕਾਰਨ ਤੇ ਮਹੱਤਵ ਵੀ ਪੜਾਂਗੇ, ਇੰਪੋਰਟੈਂਸ ਔਰ ਕੌਜ਼ਿਸ ਪੜਾਂਗੇ। ਉਸ ਬਾਅਦ ਇਹਨੂੰ ਜਿਹੜਾ ਰੋਲ ਪਲੇ ਕਰ ਰਿਹਾ ਛੋਟੇ ਉਦਯੋਗ, ਇਹਦੀਆਂ ਕੀ ਸਮੱਸਿਆਵਾਂ ਇਹਨੂੰ ਫੇਸ ਕਰਨੀਆਂ ਪੈਂਦੀਆਂ ਨੇ, ਇਹ ਵੀ ਪੜਾਂਗੇ। ਠੀਕ ਹੈ, ਇਹ ਆਪਣਾ ਇੱਕ ਪਾਰਟ ਹੋ ਜਾਏਗਾ। ਸੈਕਿੰਡ ਪਾਰਟ ਆਪਣਾ ਹੈ ਪੰਜਾਬ ਵਿੱਚ ਮੀਡੀਅਮ ਜਾਂ ਫਿਰ ਮੱਧਮ ਵੀ ਕਹਿ ਸਕਦੇ ਹਾਂ, ਜਿਹੜੇ ਵਿਚਾਲੜੇ ਜਿਹੇ ਹੁੰਦੇ ਨੇ, ਵੱਡੇ ਤੇ ਛੋਟੇ ਦੇ ਵਿਚਕਾਰਲੇ ਹੁੰਦੇ ਨੇ। ਠੀਕ ਹੈ, ਤੇ ਵੱਡੇ ਉਦਯੋਗ ਇਹਨਾਂ ਬਾਰੇ ਪੜਾਂਗੇ, ਇਹਦੇ ਵੀ ਕਿੱਥੇ ਪੱਧਰ ਪਾਏ ਜਾਂਦੇ ਹਨ ਇਹ ਵਾਲੇ। ਠੀਕ ਹੈ, ਔਰ 5.2 ਦੇ ਵਿੱਚ ਪੜਾਂਗੇ ਇਹਦਾ ਪੰਜਾਬ ਵਿੱਚ ਕਿਹੜੇ ਮੀਡੀਅਮ ਤੇ ਵੱਡੇ ਪੱਧਰ ਵਾਲੇ ਉਦਯੋਗ ਹੁੰਦੇ ਹਨ। ਠੀਕ ਹੈ, ਔਰ ਨੈਕਸਟ ਇਹ ਕਿਵੇਂ ਵਿਕਾਸ ਹੋ ਰਿਹਾ ਇਹਨਾਂ ਦਾ ਹੌਲੀ। ਠੀਕ ਹੈ, ਕਿਵੇਂ ਹੋ ਰਿਹਾ, ਇਹਨਾਂ ਦੀ ਵਜ੍ਹਾ ਲਿਖਾਂਗੇ, ਇਹਨਾਂ ਦੇ ਕਾਰਨ ਬਾਰੇ ਪੜਾਂਗੇ। ਠੀਕ ਹੈ, ਉਸ ਲਾਸਟ ਟੌਪਿਕ ਇਹਦੇ ਵਿੱਚ ਕੀ ਪੜਾਂਗੇ ਕਿ ਪੰਜਾਬ ਸਰਕਾਰ ਨੇ ਇਹਨਾਂ ਉਦਯੋਗਾਂ ਦੇ ਲਈ ਕਿਹੜੇ ਕਦਮ ਚੱਕੇ ਨੇ, ਕਿ ਇਹਨਾਂ ਦੇ ਵਿਕਾਸ ਕਰਨ ਲਈ, ਉਹਨੂੰ ਡਿਵੈਲਪਮੈਂਟ ਦੇਣ ਲਈ ਕਿਹੜੇ ਉਹਨਾਂ ਨੇ ਕਦਮ ਚੱਕੇ ਨੇ, ਆਪਾਂ ਉਹ ਵੀ ਇਸ ਟੌਪਿਕ ਦੇ ਵਿੱਚ ਪੜਾਂਗੇ। ਸਟੈਪ ਟੇਕਨ ਬਾਏ ਦਾ ਪੰਜਾਬ ਗਵਰਨਮੈਂਟ ਫॉर ਦਾ ਇੰਡਸਟਰੀਅਲ ਡਿਵੈਲਪਮੈਂਟ। ਇਹ ਸਾਰੇ ਟੌਪਿਕਸ ਆਪਾਂ ਇਹਨਾਂ ਚੈਪਟਰਸ ਦੇ ਵਿੱਚ ਪੜ੍ਹਨੇ। ਇਹ ਸਾਰਾ ਚੈਪਟਰ ਆਪਣਾ ਥਿਊਰੀ ਹੈ। ਠੀਕ ਹੈ, ਤੇ ਆਪਾਂ ਪੰਜਾਬ ਦੇ ਵਿੱਚ ਕਿੱਥੇ ਉਦਯੋਗੀਕਰਨ ਪਾਇਆ ਜਾ ਰਿਹਾ ਹੈ, ਕਿਵੇਂ ਦਾ ਪਾਇਆ ਜਾ ਰਿਹਾ ਹੈ, ਕਿੰਨੀ ਲਿਮਿਟਸ ਹੈ, ਕਿ ਹਰ ਇੱਕ ਸਟੇਟ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਸਿਟੀ ਦੇ ਵਿੱਚ ਕਿੱਥੇ ਕਿਹੜਾ ਉਦਯੋਗ ਪਾਇਆ ਜਾ ਰਿਹਾ, ਆਪਾਂ ਇਸ ਚੈਪਟਰ ਦੇ ਵਿੱਚ ਰੀਡ ਕਰਾਂਗੇ। ਠੀਕ ਹੈ ਜੀ, ਨਾਓ ਫਰਸਟ ਟੌਪਿਕਸ ਇੰਟਰੋਡਕਸ਼ਨ। ਉਦਯੋਗੀਕਰਨ ਆਰਥਿਕ ਵਿਕਾਸ ਮਤਲਬ ਕਿ ਆਪਣਾ ਜਿਹੜਾ ਇਕਨੋਮਿਕ ਡਿਵੈਲਪਮੈਂਟ ਹੈ ਵਿੱਚ ਬਹੁਤ ਸਾਰੀ ਅਹਿਮ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਉਤਪਾਦਨ ਤੇ ਜਿਹੜਾ ਬੇਰੁਜ਼ਗਾਰੀ, ਉਤਪਾਦਨ ਮਤਲਬ ਕਿ ਪ੍ਰੋਡਕਸ਼ਨ, ਬੇਰੁਜ਼ਗਾਰੀ ਮਤਲਬ ਕਿ ਇੰਪਲੋਇਮੈਂਟ, ਜੋ ਅਨਇੰਪਲੋਇਮੈਂਟ ਹੈ ਖੇਤਰੀ ਰਚਨਾ ਨੂੰ ਬਦਲ ਦਿੰਦਾ ਹੈ। ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਵੀ ਨਵਾਂ ਇੱਕ ਸਾਧਨ ਮਿਲਦਾ ਹੈ, ਇੱਕ ਨਵਾਂ ਸਕੋਪ ਮਿਲਦਾ ਹੈ। ਅਨਇੰਪਲੋਇਮੈਂਟ ਵਾਲੇ ਜਿਹੜੇ ਲੋਕ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਉਹਨਾਂ ਨੂੰ ਰੁਜ਼ਗਾਰ ਦਾ ਇੱਕ ਸਾਧਨ ਮਿਲਦਾ ਹੈ। ਠੀਕ ਹੈ, ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ 'ਚ ਜ਼ਿਆਦਾਤਰ ਜਿਹੜੇ ਲੋਕ ਹੈ ਉਹ ਪ੍ਰਾਇਮਰੀ ਸੈਕਟਰ ਮਤਲਬ ਕਿ ਖੇਤੀਬਾੜੀ 'ਤੇ ਜ਼ਿਆਦਾ ਨਿਰਭਰ ਨੇ। ਠੀਕ ਹੈ, ਔਰ ਜ਼ਿਆਦਾਤਰ ਜਿਹੜੇ ਬਾਕੀ ਲੋਕ ਹੈ ਮੋਸਟਲੀ ਜਿਹੜੇ ਖੇਤੀਬਾੜੀ 'ਤੇ ਨਹੀਂ ਨਿਰਭਰ। ਠੀਕ ਹੈ, ਔਰ ਉਹਨਾਂ ਕੋਲ ਕੋਈ ਕੰਮ ਨਹੀਂ ਹੈ ਤਾਂ ਉਹ ਬੇਰੁਜ਼ਗਾਰ ਹੈ। ਠੀਕ ਹੈ, ਅਗਰ ਉਦਯੋਗੀਕਰਨ ਅਗਰ ਇੱਕ ਉੱਥੇ ਆਪਣੀ ਸਟੇਟ ਦੇ ਵਿੱਚ ਆ ਜਾਂਦਾ ਹੈ ਤਾਂ ਲੋਕਾਂ ਨੂੰ ਪ੍ਰੋਡਕਸ਼ਨ ਦਾ ਵੀ ਇੱਕ ਸਾਧਨ ਮਿਲੇਗਾ ਔਰ ਦੂਜੇ ਨੰਬਰ ਤੇ ਰੁਜ਼ਗਾਰ ਵੀ ਮਿਲੇਗਾ। ਠੀਕ ਹੈ ਜੀ, ਪੰਜਾਬ ਜਿਹੜਾ ਇਹ ਕਹਿੰਦਾ ਆਪਾਂ ਨੂੰ ਇਹਨਾਂ ਦਾ ਪਤਾ ਹੀ ਹੈ ਕਿ ਸਿੱਧਾ ਵਿਕਾਸ ਖੇਤੀ ਦੇ ਖੇਤਰ ਉੱਤੇ ਦੇਖਿਆ ਜਾਂਦਾ ਹੈ। ਜਦੋਂ ਕਿ ਆਪਾਂ ਗੱਲ ਕੀਤੀ 1966 ਦੇ ਵਿੱਚ, 1966 ਵਿੱਚ ਹਰੀ ਕ੍ਰਾਂਤੀ ਆਈ ਸੀ। ਠੀਕ ਹੈ, ਹਰੀ ਕ੍ਰਾਂਤੀ ਮਤਲਬ ਕਿ ਫਸਲਾਂ ਤੇ ਖੇਤਾਂ ਦੇ ਉੱਤੇ ਜ਼ਿਆਦਾ ਨਿਰਭਰ ਕਰ ਦੇਣਾ, ਕਿ ਉਹਨਾਂ 'ਚ ਨਵੀਆਂ ਟੈਕਨੀਕਸ ਲਿਆਉਣੀਆਂ, ਨਵੇਂ ਮਤਲਬ ਕਿ ਤਕਨੀਕਾਂ ਨਾਲ ਖੇਤੀ ਨੂੰ ਵਧਾਉਣਾ। ਠੀਕ ਹੈ, ਔਰ ਉਹ ਜਦੋਂ ਇਹ ਸਟਾਰਟ ਕੀਤੀ ਗਈ ਸੀ, ਹਰ ਤਰ੍ਹਾਂ ਦੇ ਸੰਦ, ਹਰ ਤਰ੍ਹਾਂ ਦੀ ਨਵੀਂ ਤਕਨੀਕ ਜਦੋਂ ਲੋਕਾਂ ਤੱਕ ਪਹੁੰਚਾਈ ਗਈ ਸੀ ਤਾਂ 1966 ਦੇ ਵਿੱਚ ਲੋਕਾਂ ਦੇ ਵਿੱਚ ਖੇਤੀਬਾੜੀ ਨੂੰ ਲੈ ਕੇ ਹਰੀ ਕ੍ਰਾਂਤੀ ਪੈਦਾ ਹੋ ਗਈ ਸੀ, ਕਿ ਇੰਨੀ ਖੇਤੀਬਾੜੀ ਵਧੀਆ ਹੋਣ ਲੱਗ ਗਈ ਸੀ। ਜਦੋਂ ਕਿ ਆਪਣੇ ਆਜ਼ਾਦੀ ਤੋਂ ਬਾਅਦ ਖੇਤੀ ਦੇ ਵਿੱਚ ਕਾਫੀ ਸਾਰਾ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਸੀ, ਕਿ ਲੋਕਾਂ ਨੂੰ ਖੇਤੀ ਦੇ ਵਿੱਚ ਮਤਲਬ ਕਿ ਚੰਗੀ ਉਤਪਾਦਨ ਨਹੀਂ ਹੋ ਰਿਹਾ ਸੀ, ਉਪਜਾਊ ਸ਼ਕਤੀ ਘੱਟ ਚੁੱਕੀ ਸੀ। ਠੀਕ ਹੈ, ਜਦੋਂ ਨਵੇਂ ਮਤਲਬ ਕਿ ਔਜ਼ਾਰ, ਸੰਦ ਔਰ ਨਵੀਆਂ ਮਤਲਬ ਕਿ ਆਪਣੇ ਕੋਲ ਸੀਡਸ ਆ ਗਏ ਸੀ, ਤਾਂ ਜਿਹਦੇ ਨਾਲ ਆਪਣੀ ਖੇਤੀ ਦੇ ਵਿੱਚ ਹਰੀ ਕ੍ਰਾਂਤੀ ਪੈਦਾ ਹੋ ਗਈ ਸੀ। ਰਾਜ ਖੇਤੀਬਾੜੀ ਦੇ ਖੇਤਰ ਜਿਹੜਾ ਉੱਚੇ ਪੱਧਰ ਤੱਕ ਪਹੁੰਚ ਗਿਆ ਸੀ, ਤੁਹਾਨੂੰ ਪਤਾ ਹੋਵੇਗਾ 1966 ਦੇ ਵਿੱਚ। ਠੀਕ ਹੈ, ਕਿਉਂਕਿ ਅਜਿਹੀ ਸਫਲਤਾ ਖੇਤੀ ਤਕਨੀਕ ਵਿੱਚ ਪਹਿਲਾਂ ਕਦੇ ਵੀ ਨਹੀਂ ਹੋਈ ਸੀ। ਠੀਕ ਹੈ,
ਤਦ ਇਹ ਦੇਖਿਆ ਗਿਆ ਕਿ ਰਾਜ ਅਰਥ ਵਿਵਸਥਾ ਨੂੰ ਹੁਣ ਉਦਯੋਗੀਕਰਨ ਦੇ ਵੱਲ ਵੀ ਕਦਮ ਚੱਕਣੇ ਚਾਹੀਦੇ। ਜਦੋਂ ਹੁਣ ਆਪਾਂ ਪਤਾ ਇੱਕ ਟਾਈਮ ਦੇ ਵਿੱਚ ਇੱਕ ਚੀਜ਼ ਨੂੰ ਹੁਣ ਅੱਛੀ ਸਕੋਪ ਮਿਲ ਗਈ ਤਾਂ ਆਪਾਂ ਨੂੰ ਦੂਜੀ ਸੀढ़ी ਤੇ ਪੈਰ ਰੱਖ ਲੈਣਾ ਚਾਹੀਦਾ ਹੈ। ਪ੍ਰਾਇਮਰੀ ਸੈਕਟਰ ਆਪਣਾ ਅੱਛਾ ਹੋ ਗਿਆ ਸੀ 1966 ਤੋਂ ਬਾਅਦ, ਕਿਉਂਕਿ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਆਪਣੇ ਖੇਤੀਬਾੜੀ ਸੈਕਟਰ ਅੱਛਾ ਹੋ ਗਿਆ ਸੀ। ਤਾਂ ਹੁਣ ਪੰਜਾਬ ਇਹ ਸੋਚ ਰਿਹਾ ਸੀ ਕਿ ਸਾਨੂੰ ਹੁਣ ਕਿੱਧਰ ਜਾਣਾ ਚਾਹੀਦਾ ਹੈ, ਉਦਯੋਗੀਕਰਨ ਕਰਨਾ ਚਾਹੀਦਾ ਹੈ। ਆਜ਼ਾਦੀ ਸਮੇਂ ਸਾਨੂੰ ਆਪਣਾ ਜਿਹੜਾ ਉਦਯੋਗਿਕ ਯੂਨਿਟ ਸਨ ਸਿਰਫ ਉਹ 3 ਤਰ੍ਹਾਂ ਦਾ ਜ਼ਿਆਦਾਤਰ ਕੰਮ ਕਰ ਰਹੇ ਸੀ। ਅਨਾਜ ਪੈਦਾ ਕਰਨਾ, ਕਾਟਨ ਮਤਲਬ ਕਿ ਰੂਹ, ਠੀਕ ਹੈ, ਕਪਾਹ, ਨਰਮਾ ਤੇ ਇੱਟਾਂ ਦੇ ਭੱਠੇ ਆਦਿ ਇਹਨਾਂ ਦੇ ਹੀ ਉਦਯੋਗ ਸਨ, ਠੀਕ ਹੈ। ਤੇ ਜ਼ਿਆਦਾਤਰ ਇਸਤੇਮਾਲ ਵਾਲੀ ਵਸਤਾਂ ਜਿਹੜੀਆਂ ਸਾਡੀਆਂ ਬਾਹਰੋਂ ਹੀ ਹੁੰਦੀਆਂ ਸੀ, ਬਾਹਰੋਂ ਆਪਣੀਆਂ ਇੰਪੋਰਟ ਹੁੰਦੀਆਂ ਸਨ, ਠੀਕ ਹੈ। ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਉਦਯੋਗੀ ਵਿਕਾਸ ਦੇ ਪੜਾਵਾਂ ਵਿੱਚ ਉਹ ਵੀ ਹੋਇਆ। ਹੁਣ 1950 ਤੋਂ ਲੈ ਕੇ ਹੁਣ ਤੱਕ ਦੀ ਆਪਾਂ ਗੱਲ ਕਰਾਂਗੇ। 50ਵੇਂ ਦਸ਼ਕ ਦੇ ਵਿੱਚ 1950 ਵਿੱਚ ਕਹਿੰਦਾ ਸਾਈਕਲ ਦੇ ਹਿੱਸੇ ਤੇ ਔਜੋਰੀ ਉਦਯੋਗਾਂ ਦੀਆਂ ਅਜਿਹਾ ਜਿਹੜਾ ਪਕੜੀਆਂ, ਜਦ ਕਿ 1960 ਵਿੱਚ ਹਰੀ ਕ੍ਰਾਂਤੀ ਦੇ ਜਨਮ ਦੇ ਨਾਲ ਖੇਤੀ ਦੇ ਨਾਲ ਜੁੜੇ ਉਦਯੋਗ ਜਿਵੇਂ ਕਿ ਫਾਰਮ ਉਦਯੋਗ ਸਾਹਮਣੇ ਆਏ, ਠੀਕ ਹੈ। 1950 ਵਿੱਚ ਸਾਈਕਲ ਦੇ ਹਿੱਸੇ ਦੇ ਔਜਾਰੀ, ਠੀਕ ਹੈ। 1960 ਵਿੱਚ ਨਵੇਂ ਫਾਰਮ ਉਦਯੋਗ ਆਏ, ਠੀਕ ਹੈ। 70 ਦੇ ਵਿੱਚ ਕਿਹੜੇ ਆਏ, ਆਟੋ ਪਾਰਟਸ ਮਤਲਬ ਕਿ ਬਿਜਲੀ ਨਾਲ ਪੈਦਾ ਹੋਣ ਵਾਲੀਆਂ ਜੋ ਬਿਜਲੀ ਉਪਕਰਨ ਦੀਆਂ ਚੀਜ਼ਾਂ ਉੱਤੇ ਜ਼ਿਆਦਾ ਫੋਕਸ ਕੀਤੀਆਂ ਗਈਆਂ, ਠੀਕ ਹੈ। 80 ਦੇ ਦਸ਼ਕ ਦੇ ਵਿੱਚ 70 ਤੋਂ ਬਾਅਦ 80 ਦੇ ਦਸ਼ਕ ਦੇ ਵਿੱਚ ਕਹਿੰਦਾ ਫੂਡ ਪ੍ਰੋਸੈਸਿੰਗ ਉਦਯੋਗ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਗਿਆ, ਠੀਕ ਹੈ। 1990 ਵਿੱਚ ਜਿਹੜਾ ਉਦਯੋਗੀ ਵਿਕਾਸ ਹੌਲੀ ਹੌਲੀ ਹੋ ਰਿਹਾ ਸੀ ਉਹਦੇ 'ਚ ਹੌਲੀ ਹੌਲੀ ਘਾਟਾ ਸ਼ੁਰੂ ਹੋਣ ਲੱਗ ਗਿਆ, ਠੀਕ ਹੈ। ਔਰ 2010 ਤੇ 11 ਵਿੱਚ ਯੋਗਦਾਨ ਰਾਜ ਦੇ ਕੁੱਲ ਘਰੇਲੂ ਉਤਪਾਦ ਕਹਿੰਦਾ 30.79% ਹੀ ਸਨ, ਠੀਕ ਹੈ। ਕੁੱਲ ਜਿਹੜੇ ਘਰੇਲੂ ਉਤਪਾਦ ਸੀ ਉਸ ਹਾਊਸ ਹੋਲਡ ਵਗੈਰਾ ਸਨ, ਠੀਕ ਹੈ। 2016-17 ਦੇ ਵਿੱਚ ਇਹ ਘਟ ਕੇ ਹੋਰ ਘਟਣ ਲੱਗ ਗਿਆ। 2010 ਵਿੱਚ ਤੇ 11 ਵਿੱਚ ਘਟਿਆ ਹੀ ਘਟਿਆ, 2016-17 ਵਿੱਚ ਇਹ ਘਟ ਕੇ 24.51% ਹੋ ਗਿਆ। ਹੁਣ ਦੇਖੋ ਜੇ ਇੰਨਾ ਘਾਟਾ ਪੈ ਰਿਹਾ ਸੀ ਤਾਂ ਸਾਨੂੰ ਕਿਤੇ ਨਾ ਕਿਤੇ ਚੇਂਜਸ ਲਿਆਉਣੀਆਂ ਪੈਣੀਆਂ। ਗਵਰਨਮੈਂਟ ਨੂੰ ਸੋਚਣਾ ਪੈਣਾ ਕਿੱਥੇ ਕੀ ਕਮੀ ਹੈ, ਉਸ ਕਮੀ ਨੂੰ ਦੂਰ ਕੀਤਾ ਜਾ ਸਕੇ, ਠੀਕ ਹੈ। ਰਾਜ ਉਦਯੋਗਿਕ ਖੇਤਰ ਬਦਲਾਵ ਦੇ ਮੁੱਖ ਪੱਧਰਾਂ ਵਿੱਚੋਂ ਗੁਜ਼ਰਿਆ ਤੇ ਉਸ ਦੌਰਾਨ ਇਹ ਬਹੁਤ ਸਾਰੀਆਂ ਚੁਣੌਤੀਆਂ ਤੇ ਅਵਸਰ ਦੇਖਣ ਨੂੰ ਵੀ ਮਿਲੇ। ਕਾਫੀ ਸਾਰੀਆਂ ਮਤਲਬ ਕਿ ਉਸ ਚੁਣੌਤੀਆਂ ਸਹਿਣੀਆਂ ਪਈਆਂ ਔਰ ਕਾਫੀ ਸਾਰੇ ਉਹਨੂੰ ਚੇਂਜਸ ਕਰਨ ਵਾਸਤੇ ਉਪਰਾਲੇ ਵੀ ਕਰਨੇ ਪਏ, ਠੀਕ ਹੈ। ਤੇ ਸੈਕਿੰਡ ਪੁਆਇੰਟ ਆਪਣੇ ਕੋਲ ਕਿ ਇਹ ਜਿਹੜੇ ਉਦਯੋਗਿਕ ਕੇਂਦਰ ਨੇ ਜਿਹੜੇ ਆਪਾਂ ਪੜ੍ਹੇ ਨੇ ਕਿ ਨਰਮੇ ਦਾ ਜਾਂ ਘਰੇਲੂ ਉਤਪਾਦ ਜਾਂ ਫੂਡ ਪ੍ਰੋਸੈਸਿੰਗ ਦਾ ਜਾਂ ਆਟੋ ਵਰਕਰਸ ਦਾ, ਠੀਕ ਹੈ, ਸਾਰੇ ਜਿਹੜੇ ਉਦਯੋਗਿਕ ਹੈ ਕਿੱਥੇ ਕਿੱਥੇ ਕਿਹੜੇ ਲੋਕੇਸ਼ਨ ਦੇ ਵਿੱਚ ਪੰਜਾਬ ਵਿੱਚ ਪਾਏ ਜਾਂਦੇ ਆਪਾਂ ਇਹਨਾਂ ਬਾਰੇ ਪੜਾਂਗੇ, ਠੀਕ ਹੈ। ਲੋਕੇਸ਼ਨ ਆਫ ਇੰਡਸਟਰੀ ਆਫ ਦਾ ਮੇਨ ਇੰਡਸਟਰੀਅਲ ਸੈਂਟਰ ਆਫ ਦਾ ਪੰਜਾਬ ਦੀ ਉਦਯੋਗਿਕ ਜ਼ਮੀਨ ਵਿੱਚ ਛੋਟੇ ਪੱਧਰ ਦੀਆਂ ਉਦਯੋਗਿਕ ਯੂਨਿਟਾਂ ਹਨ। ਜ਼ਿਆਦਾਤਰ ਕਹਿੰਦੇ ਛੋਟੇ ਉਦਯੋਗ ਦੀਆਂ ਵੱਡੀਆਂ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਹੀ ਪਾਈਆਂ ਜਾਂਦੀਆਂ ਹਨ, ਰੇਅਰ ਹੀ ਪਾਈਆਂ ਜਾਂਦੀਆਂ ਨੇ। ਪੰਜਾਬ ਵਿੱਚ ਕਹਿੰਦਾ ਹੈ ਕਿ 1.68 ਲੱਖ ਛੋਟੇ ਉਦਯੋਗ ਅਤੇ 425 ਵੱਡੇ ਉਦਯੋਗ ਮਾਰਚ 31 2011 ਦੇ ਅਨੁਸਾਰ ਸਰਵੇ ਦੇ ਅਨੁਸਾਰ ਦੱਸਿਆ ਗਿਆ। 2011-31 ਮਾਰਚ ਦੇ ਸਰਵੇ ਅਨੁਸਾਰ ਕਹਿੰਦਾ 425 ਵੱਡੇ ਉਦਯੋਗ ਔਰ ਛੋਟੇ ਕਿੰਨੇ ਆ 1.68 ਲੱਖ। ਮਤਲਬ ਕਿ ਛੋਟੇ ਦੇ ਵਿੱਚ ਛੋਟੇ ਕੋਟੇਜ ਔਰ ਬਹੁਤ ਛੋਟੇ ਉਦਯੋਗ ਜਿਹੜੇ ਆ ਜਾਂਦੇ ਉਹ ਆ ਜਾਂਦੇ, ਠੀਕ ਹੈ ਜੀ। ਇਹ ਉਦਯੋਗ ਇਕਾਈਆਂ ਕਰੀਬ ਕਹਿੰਦਾ 12.55 ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਮਤਲਬ ਕਿ ਜਿਹੜੇ ਲੋਕਾਂ ਨੂੰ ਆਪਣੇ ਜਿਹੜੇ ਦੇਸ਼ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ 'ਚੋਂ 12.5 ਲੱਖ ਲੋਕਾਂ ਨੂੰ ਕੀ ਹੈ ਰੁਜ਼ਗਾਰ ਮਿਲਿਆ ਹੈ। ਕਿੰਦੇ ਹੈਲਪ ਨਾਲ, ਇੰਡਸਟਰੀ ਦੀ ਹੈਲਪ ਨਾਲ, ਠੀਕ ਹੈ। ਤੇ ਉਦਯੋਗਿਕ ਜਿਹੜੇ ਜ਼ਿਆਦਾ ਸੈਂਟਰ ਜਿਹੜੇ ਪਾਏ ਜਾਂਦੇ ਨੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੰਡੀ ਗੋਬਿੰਦਗੜ੍ਹ, ਬਟਾਲਾ ਅਤੇ ਮੋਹਾਲੀ ਵਿੱਚ ਪਾਏ ਜਾਂਦੇ ਹਨ। ਸਭ ਤੋਂ ਜ਼ਿਆਦਾ ਜਿਹੜਾ ਆਪਣਾ ਇੰਡਸਟਰੀ ਸੈਕਟਰ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਇੰਡਸਟਰੀਜ਼ ਪਾਈਆਂ ਜਾਂਦੀਆਂ ਨੇ, ਠੀਕ ਹੈ। ਲੁਧਿਆਣਾ ਜ਼ਿਲ੍ਹਾ ਪੰਜਾਬ ਵਿੱਚ ਉਦਯੋਗੀਕਰਨ ਦਾ ਸਭ ਤੋਂ ਵੱਡਾ ਹੈ। ਪੂਰੇ ਪੰਜਾਬ ਵਿੱਚ ਲੁਧਿਆਣੇ 'ਚ ਸਭ ਤੋਂ ਜ਼ਿਆਦਾ ਇੰਡਸਟਰੀਜ਼ ਪਾਈਆਂ ਜਾਂਦੀਆਂ ਨੇ। ਇਹ ਪੂਰੇ ਪੰਜਾਬ ਦੇ ਉਦਯੋਗਿਕ ਉਤਪਾਦਨ ਤੋਂ 28% ਤੋਂ ਜ਼ਿਆਦਾ ਪੈਦਾ ਕਰਨਾ ਹੈ ਕਿ ਮਤਲਬ ਜਿਹੜਾ ਵੀ ਪੂਰੇ ਪੰਜਾਬ ਵਿੱਚ ਉਤਪਾਦਨ ਹੋ ਰਿਹਾ ਉਹਦੇ ਤੋਂ ਵੀ 28% ਜ਼ਿਆਦਾ ਕਿੱਥੇ ਉਤਪਾਦਨ ਹੁੰਦਾ ਹੈ, ਲੁਧਿਆਣੇ ਵਿੱਚ ਹੁੰਦਾ ਹੈ, ਠੀਕ ਹੈ। ਲੁਧਿਆਣੇ 'ਚ ਕਿਹੜਾ ਪਾਇਆ ਜਾਂਦਾ ਹੈ, ਹੌਜ਼ਰੀ, ਰੈਡੀਮੇਡ ਕੱਪੜੇ, ਸਾਈਕਲ, ਉਸਦੇ ਪਾਰਟ, ਸਾਈਕਲ ਦੇ ਪਾਰਟਸ, ਸਿਲਾਈ ਮਸ਼ੀਨ, ਮਸ਼ੀਨੀ ਟੂਲਸ, ਆਟੋ ਪਾਰਟਸ, ਉਦਯੋਗਿਕ ਉਪਕਰਨ, ਬਿਜਲੀ ਦੇ ਸਮਾਨ ਆਦਿ ਸਾਰੇ ਜਿਹੜੇ ਇੱਦਾਂ ਦੇ ਉਦਯੋਗ ਹੈ ਸਾਰੇ ਲੁਧਿਆਣੇ ਦੇ ਵਿੱਚ ਪਾਏ ਜਾਂਦੇ ਹਨ। ਤੇ ਲੁਧਿਆਣੇ ਨੂੰ ਭਾਰਤ ਦਾ ਮੈਨਚੈਸਟਰ ਵੀ ਕਿਹਾ ਜਾਂਦਾ ਹੈ, ਠੀਕ ਹੈ। ਮਤਲਬ ਕਿ ਇੱਕ ਐਸਾ ਡਿਪਾਰਟਮੈਂਟ ਜਿੱਥੇ ਕਿ ਮਤਲਬ ਕਿ ਸਮਾਨ ਸੋਲਡ ਕੀਤਾ ਜਾਂਦਾ, ਜ਼ਿਆਦਾਤਰ ਚੀਜ਼ਾਂ ਜਿਹੜੀ ਸਟੋਰ ਕੀਤੀਆਂ ਚੀਜ਼ਾਂ ਸੋਲਡ ਕੀਤੀਆਂ ਜਾਂਦੀਆਂ ਉਹਨੂੰ ਮੈਨਚੈਸਟਰ ਵੀ ਕਿਹਾ ਜਾਂਦਾ ਹੈ, ਠੀਕ ਹੈ। ਹੁਣ ਇਹ ਤਾਂ ਹੋ ਗਈ ਲੁਧਿਆਣੇ ਦੀ ਗੱਲ, ਠੀਕ ਹੈ। ਗੱਲ ਕਰਦੇ ਹਾਂ ਜਲੰਧਰ ਦੀ। ਜਲੰਧਰ ਨੂੰ ਸਪੋਰਟਸ
ਉਤਪਾਦ ਮਤਲਬ ਕਿ ਹੱਥਾਂ ਦੇ ਔਜ਼ਾਰ, ਪਾਈਪ ਫਿਟਿੰਗ, ਚਮੜੇ ਦੇ ਉਤਪਾਦ ਕਰਕੇ ਹੀ ਜਾਣਿਆ ਜਾਂਦਾ ਹੈ। ਤੇ ਉਸ ਤੋਂ ਬਾਅਦ ਕਹਿੰਦਾ ਕਿ ਅੰਮ੍ਰਿਤਸਰ ਦੇ ਵਿੱਚ ਕਹਿੰਦਾ ਖਾਣ ਪੀਣ ਦੇ ਸਮਾਨ, ਪੇਪਰ ਮਸ਼ੀਨਰੀ ਦੇ ਕੱਪੜੇ ਲਈ ਜਾਣਿਆ ਜਾਂਦਾ ਹੈ। ਠੀਕ ਹੈ, ਮੰਡੀ ਗੋਬਿੰਦਗੜ੍ਹ ਨੂੰ ਪੰਜਾਬ ਦੀ ਸਟੀਲ ਸ਼ਹਿਰ ਆਖਿਆ ਜਾਂਦਾ ਕਿ ਮੰਡੀ ਗੋਬਿੰਦਗੜ੍ਹ ਦੇ ਵਿੱਚ ਜ਼ਿਆਦਾਤਰ ਮਤਲਬ ਕਿ ਆਇਰਨ ਸਟੀਲ ਦਾ ਕੰਮ ਕੀਤਾ ਜਾਂਦਾ ਹੈ। ਠੀਕ ਹੈ, ਬਟਾਲੇ ਨੂੰ ਇੱਕ ਸਮੇਂ ਦੇ ਵਿੱਚ ਏਸ਼ੀਆ ਦਾ ਆਇਰਨ ਬਰਡ ਵੀ ਆਖਿਆ ਜਾਂਦਾ ਹੈ। ਆਪਣੇ ਕਾਸਟਿੰਗ, ਖੇਤੀ ਦੀ ਤੇ ਹੋਰ ਮਸ਼ੀਨਾਂ ਕਰਕੇ ਚੰਡੀਗੜ੍ਹ ਦੇ ਮੋਹਾਲੀ ਵਿੱਚ ਬਹੁਤ ਸਾਰੇ ਬਿਜਲੀ ਯੂਨਿਟਸ ਹਨ ਅਤੇ ਇਸ ਨੂੰ IT ਹੱਬ ਵੀ ਆਖਿਆ ਜਾਂਦਾ ਹੈ। ਠੀਕ ਹੈ, IT ਹੱਬ ਵੀ ਆਖਿਆ ਜਾਂਦਾ, ਇਲੈਕਟ੍ਰੋਨਿਕ ਯੂਨਿਟਸ ਦਾ ਹੱਬ ਵੀ ਕਿਹਾ ਜਾਂਦਾ। ਠੀਕ ਹੈ, ਅੰਮ੍ਰਿਤਸਰ, ਜਲੰਧਰ ਤੇ ਮੰਡੀ ਗੋਬਿੰਦਗੜ੍ਹ, ਚੰਡੀਗੜ੍ਹ ਤੇ ਆਪਾਂ ਬਟਾਲੇ ਦੀ ਗੱਲ ਕੀਤੀ ਹੈ। ਹੁਣ ਗੱਲ ਕਰਾਂਗੇ ਬਠਿੰਡਾ, ਅਬੋਹਰ, ਮਲੋਟ, ਮਲੇਰਕੋਟਲਾ ਕੱਪੜੇ ਦੀ ਬੁਣਾਈ ਤੇ ਪ੍ਰੈਸ ਲਈ ਮਹੱਤਵਪੂਰਨ ਹੈ। ਠੀਕ ਹੈ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਮੋਗਾ, ਕਪੂਰਥਲਾ ਹਰੇਕ ਉਦਯੋਗਿਕ ਉਤਪਾਦਨ ਤੋਂ 2 ਤੋਂ 5% ਭਾਗ ਵਿੱਚ ਯੋਗਦਾਨ ਕਰਦਾ ਹੈ। ਫਰੀਦਕੋਟ ਮਤਲਬ ਕਿ ਮੋਸਟਲੀ ਕਹਿ ਰਿਹਾ ਕਿ ਮਤਲਬ ਕਿ ਹਰ ਤਰ੍ਹਾਂ ਦੀ ਚੀਜ਼ਾਂ ਬਣਾਉਂਦਾ ਹੈ, ਪਰ 2 ਤੋਂ 5% ਦਾ ਭਾਗ ਹੀ ਬਣਾਉਂਦਾ ਹੈ। ਠੀਕ ਹੈ ਜੀ, ਫਰੀਦਕੋਟ, ਮਾਨਸਾ, ਮੁਕਤਸਰ ਸਾਹਿਬ ਉਦਯੋਗਿਕ ਪਿਛੜੇ ਕਾਫੀ ਹਨ। ਇਹਨਾਂ 'ਚ ਸਿਰਫ 1% ਤੋਂ ਵੀ ਘੱਟ ਯੋਗਦਾਨ ਪਾਉਂਦਾ ਹੈ ਕਿ ਉਦਯੋਗੀਕਰਨ ਦੇ, ਇੰਡਸਟਰੀਅਲ ਦੇ। ਜੇ ਕੋਈ ਚੀਜ਼ਾਂ ਦੇ ਪੈਦਾ ਕਰ ਵੀ ਰਿਹਾ ਉਦਯੋਗੀਕਰਨ ਨਾਲ ਰਿਲੇਟਡ, ਤਾਂ ਰੋ ਮਟੀਰੀਅਲ ਹੀ ਮਤਲਬ ਕੱਚਾ ਮਾਲ ਹੀ ਪੈਦਾ ਕਰ ਰਿਹਾ, ਜ਼ਿਆਦਾਤਰ ਉਹਦਾ ਕੋਈ ਜ਼ਿਆਦਾ ਕੰਟਰੀਬਿਊਸ਼ਨ ਨਹੀਂ ਹੈ। ਠੀਕ ਹੈ, ਇਹ ਆਪਣੀ ਗੱਲ ਹੋ ਗਈ ਇੰਟਰੋਡਕਸ਼ਨ ਤੇ ਪਲੇਸ। ਠੀਕ ਹੈ, ਕਿ ਪੰਜਾਬ ਵਿੱਚ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਕਿਹੜੇ ਕਿਹੜੇ ਚੀਜ਼ਾਂ ਜ਼ਿਆਦਾਤਰ ਪਾਈਆਂ ਜਾਂਦੀਆਂ ਹਨ। ਠੀਕ ਹੈ, ਜ਼ਿਆਦਾਤਰ ਸਭ ਤੋਂ ਘੱਟ ਤੁਹਾਨੂੰ ਪਤਾ ਹੋਣਾ ਚਾਹੀਦਾ ਫਰੀਦਕੋਟ, ਮੁਕਤਸਰ ਸਾਹਿਬ, ਇਹ ਸਭ ਤੋਂ ਘੱਟ ਹੈ। ਉਸ ਤੋਂ ਬਾਅਦ ਆਪਣੇ ਕੋਲ ਮੋਗਾ, ਫਿਰੋਜ਼ਪੁਰ, ਠੀਕ ਹੈ, ਫਰੀਦਕੋਟ, ਇਹਨਾਂ ਵਿੱਚ 2 ਤੋਂ 5% ਦਾ ਯੋਗਦਾਨ ਰਹਿੰਦਾ। ਉਸ ਤੋਂ ਬਾਅਦ ਬਠਿੰਡਾ, ਅਬੋਹਰ, ਮਲੋਟ, ਮਲੇਰਕੋਟਲਾ, ਇਹਨਾਂ ਵਿੱਚ ਸਿਰਫ ਬੁਣਾਈ ਤੇ ਪ੍ਰੈਸ ਦਾ ਹੀ ਕੰਮ ਹੁੰਦਾ ਹੈ। ਇਹ ਘੱਟ ਜਿਨ੍ਹਾਂ 'ਚ ਉਦਯੋਗੀਕਰਨ ਪਾਇਆ ਜਾਂਦਾ ਹੈ। ਠੀਕ ਹੈ, IT ਹੱਬ ਕਿਹਨੂੰ ਕਿਹਾ ਜਾਂਦਾ ਹੈ? ਚੰਡੀਗੜ੍ਹ ਨੂੰ। ਠੀਕ ਹੈ, ਤੇ ਉਸ ਤੋਂ ਬਾਅਦ ਆਪਣੇ ਕੋਲ ਆਇਰਨ ਬਰਡ ਕਿਹਨੂੰ ਕਿਹਾ ਜਾਂਦਾ ਹੈ? ਬਟਾਲਾ ਨੂੰ। ਠੀਕ ਹੈ, ਮੰਡੀ ਗੋਬਿੰਦਗੜ੍ਹ ਦੇ ਵਿੱਚ ਸਟੀਲ ਦਾ ਕੰਮ ਕੀਤਾ ਜਾਂਦਾ ਹੈ। ਪੇਪਰ ਮਸ਼ੀਨਰੀ, ਖਾਣ ਪੀਣ ਦਾ ਸਮਾਨ, ਠੀਕ ਹੈ, ਇਹ ਸਾਰਾ ਕਿਹਦੇ 'ਚ? ਅੰਮ੍ਰਿਤਸਰ ਦੇ ਵਿੱਚ। ਜਲੰਧਰ ਨੂੰ ਸਪੋਰਟਸ ਪਿਓ ਦੇ ਹੱਥਾਂ ਦੇ ਔਜ਼ਾਰ ਤੇ ਪਾਈਪ ਫਿਟਿੰਗ ਦੁਆਰਾ, ਇਹਨਾਂ ਸਾਰਿਆਂ ਵਿੱਚ ਇਹ ਚੀਜ਼ਾਂ ਦੀ ਉਦਯੋਗੀਕਰਨ ਹੁੰਦਾ ਹੈ। ਨੈਕਸਟ ਆਪਣੇ ਕੋਲ ਹੈ ਕਿ ਇੰਡਸਟਰੀਕਰਨ ਦੀ ਆਪਾਂ ਨੂੰ ਲੋੜ ਕਿਉਂ ਹੈ, ਭੂਮਿਕਾ ਨਿਭਾਵੇਗੀ ਆਪਣੀ ਪੰਜਾਬ ਦੀ ਇਕੋਨਮੀ ਦੇ ਵਿੱਚ। ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਦੀ ਜਿਹੜੀ ਆਰਥਿਕਤਾ ਖੇਤੀ ਵਾਲੀ ਹੈ, ਜ਼ਿਆਦਾਤਰ ਜਿਹੜੀ ਆਪਣੀ ਇਕੋਨਮੀ ਹੈ ਉਹ ਸਾਰੀ ਦੀ ਸਾਰੀ ਖੇਤੀ ਉੱਤੇ ਨਿਰਭਰ ਹੈ। ਅਗਰ ਮੰਨ ਕੇ ਚੱਲੀਏ ਕਿ ਜਿਹੜਾ ਉਦਯੋਗੀਕਰਨ ਉਹ ਖੇਤੀਬਾੜੀ ਦੇ ਵਿਕਾਸ ਦੇ ਨਾਲ ਬਰਾਬਰੀ ਨਹੀਂ ਕਰ ਸਕਦਾ, ਕਿਉਂਕਿ ਖੇਤੀਬਾੜੀ ਉੱਤੇ ਆਪਣੀ ਜਿਹੜੀ ਰਾਜ ਦੇ, ਆਪਣੇ ਪੰਜਾਬ ਦੇ ਜਿਹੜੇ ਜ਼ਿਆਦਾਤਰ ਲੋਕ ਹੈ ਉਹ ਖੇਤੀਬਾੜੀ ਉੱਤੇ ਹੀ ਡਿਪੈਂਡੈਂਟ ਹੈ। ਹੁਣ ਇਹਨਾਂ ਦੇ ਕੀ ਜ਼ਰੂਰਤਾਂ ਦੇ ਕੀ ਰੋਲ ਪਲੇ ਕਰਦੇ ਨੇ ਉਹ ਆਪਾਂ ਪੜਾਂਗੇ। ਫਸਟ ਹੈ ਆਪਣਾ ਕਿ ਬੈਲੈਂਸ ਡਿਵੈਲਪਮੈਂਟ, ਮਤਲਬ ਕਿ ਸਮਾਨ ਵਿਕਾਸ। ਸਮਾਨ ਵਿਕਾਸ ਕਿਹਦਾ? ਖੇਤੀਬਾੜੀ ਤੇ ਉਦਯੋਗੀਕਰਨ ਦਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਪੰਜਾਬ ਦੇ ਵਿੱਚ ਪੰਜਾਬੀ ਲੋਕ ਜ਼ਿਆਦਾਤਰ ਖੇਤੀ ਉੱਤੇ ਡਿਪੈਂਡੈਂਟ ਹੈ ਔਰ ਉਹ ਭੂਮੀ ਦਾ ਭਾਰ ਵੱਧ ਰਿਹਾ, ਤੇ ਕੋਸ਼ਿਸ਼ ਕੀਤਾ ਜਾਵੇ ਕਿ ਉਹ ਜਿਹੜਾ ਬੈਲੈਂਸ ਹੋ ਜਾਵੇ ਕਿਹਦੇ ਵਿੱਚ, ਕਿ ਜ਼ਿਆਦਾਤਰ ਲੋਕ ਉਹਦੇ 'ਚ ਕੁਝ ਪਾਰਟ ਨਿਕਲ ਕੇ ਉਦਯੋਗੀਕਰਨ ਦੇ ਵਿੱਚ ਵੀ ਚੇਂਜ ਹੋ ਜਾਵੇ। ਠੀਕ ਹੈ, ਜਿਵੇਂ ਕਹਿੰਦਾ ਕਿ ਜ਼ਿਆਦਾਤਰ ਕਿ ਉਦਯੋਗੀਕਰਨ ਦੇ ਨਾਲ ਵਿਕਾਸ ਦੇ ਨਾਲ ਆਰਥਿਕ ਵਿਕਾਸ ਕੀਤਾ ਜਾ ਸਕਦਾ ਆਪਣੇ ਦੇਸ਼ ਦਾ, ਆਪਣੇ ਪੰਜਾਬ ਦਾ, ਉਸ ਦੇ ਨਾਲ ਖੇਤੀਬਾੜੀ ਉੱਤੇ ਕੀ ਹੈ? ਨਿਰਭਰਤਾ ਘਟੇਗੀ। ਠੀਕ ਹੈ, ਔਰ ਇਹਨਾਂ ਦੋਵਾਂ ਦੀ ਜਿਹੜੀ ਅਸਮਾਨ ਵੰਡ ਹੈ ਨਾ ਉਹ ਕੀ ਹੈ? ਚੇਂਜ ਹੋਵੇਗੀ, ਉਹ ਸਮਾਨ ਵਿਕਾਸ ਵਿੱਚ ਬਦਲ ਜਾਵੇਗੀ। ਠੀਕ ਹੈ, ਨੈਕਸਟ ਹੈ ਪੂੰਜੀ ਨਿਰਮਾਣ ਵਿੱਚ ਵਾਧਾ, ਕੈਪੀਟਲ ਫਾਰਮੇਸ਼ਨ ਹੁੰਦੀ ਹੈ। ਠੀਕ ਹੈ, ਉਦਯੋਗੀਕਰਨ ਦੇ ਵਿੱਚ ਜਿਹੜਾ ਕਹਿੰਦਾ ਕਿਸੇ ਨਿਵੇਸ਼ ਦੀ ਜਿਹੜੀ ਵੈਲਿਊ ਹੈ, ਜਿਹੜੀ ਜਿੰਨੇ ਲੱਗਦੀ ਉਸ ਤੋਂ ਕਈ ਗੁਣਾ ਜ਼ਿਆਦਾ ਆਪਾਂ ਨੂੰ ਉਹਦੀ ਕੀਮਤ ਵੀ ਮਿਲਦੀ ਹੈ। ਉਹਦੇ ਨਾਲ ਕੀ ਆਪਣੀ ਕੈਪੀਟਲ ਫਾਰਮੇਸ਼ਨ ਮਤਲਬ ਕਿ ਪੂੰਜੀ ਦਾ ਨਿਰਮਾਣ ਵਿੱਚ ਵਾਧਾ ਹੋਏਗਾ। ਠੀਕ ਹੈ, ਕਹਿੰਦਾ ਖੇਤੀਬਾੜੀ ਖੇਤੀ ਵਿੱਚ ਸਥਿਰਤਾ ਦੇ ਕਰਕੇ ਖੇਤੀ ਵਿੱਚ ਨਿਵੇਸ਼ ਦਾ ਸਕੋਪ ਕੀ ਹੋਏਗਾ? ਘਟੇਗਾ, ਉਹਦੇ 'ਚ ਨਿਵੇਸ਼ ਘੱਟ ਲੱਗੇਗਾ ਖੇਤੀਬਾੜੀ 'ਚ। ਔਰ ਕਿੱਦਾਂ ਚੇਂਜ ਹੋਏਗਾ? ਉਦਯੋਗੀਕਰਨ ਵਿੱਚ। ਜਦੋਂ ਉਹਦੇ 'ਚ ਚੇਂਜ ਹੋਏਗਾ ਤਾਂ ਆਪਣਾ ਕੀ ਪੂੰਜੀ ਦਾ ਨਿਰਮਾਣ ਵਿੱਚ ਵੀ ਵਾਧਾ ਹੋਵੇਗਾ। ਠੀਕ ਹੈ, ਨੈਕਸਟ ਹੈ ਲੈਸਰ ਪ੍ਰੈਸ਼ਰ ਔਨ ਦਾ ਲੈਂਡ, ਜ਼ਮੀਨ ਉੱਤੇ ਘੱਟ ਦਬਾਅ ਪਾਉਣਾ। ਕਿਹੜੀ ਜ਼ਮੀਨ ਉੱਤੇ? ਖੇਤੀਬਾੜੀ ਉੱਤੇ, ਕਿਉਂਕਿ ਆਪਾਂ ਨੂੰ ਜ਼ਿਆਦਾ ਪਤਾ ਦੇਖੋ 89% ਕੰਮਕਾਰੀ ਜਨਸੰਖਿਆ ਜਿਹੜੀ ਉਹ ਖੇਤੀ ਉੱਤੇ ਨਿਰਭਰ ਹੈ, ਤੇ ਇਹਦੇ ਨਾਲ ਕੀ ਹੈ? ਖੇਤੀ ਉੱਤੇ ਜ਼ਿਆਦਾ ਭਾਰ ਹੈ। ਠੀਕ ਹੈ, ਉਹਨੂੰ ਉਹਦੇ 'ਚ ਜ਼ਮੀਨ ਵੀ ਘੱਟ ਪੈ ਗਈ ਹੈ, ਲੋਕ ਜ਼ਿਆਦਾ ਨੇ। ਠੀਕ ਹੈ, ਜ਼ਮੀਨ ਘੱਟ ਪੈ ਰਹੀ ਹੈ, ਉਹ ਜਿਹੜੀ ਇੱਕ ਪਰ ਪਰਸਨ ਦੇ ਅਕੋਰਡਿੰਗ ਉਹ ਜਿਹੜੀ ਵੈਲਿਊ ਉਹਦੀ ਘਟਦੀ ਜਾ ਰਹੀ ਹੈ। ਇਸ ਕਰਕੇ ਕਹਿੰਦਾ ਉਹਦਾ ਭਾਰ ਹਲਕਾ ਕਰਨ ਵਾਸਤੇ ਸਾਨੂੰ ਕੀ ਹੈ? ਜਨਸੰਖਿਆ ਨੂੰ ਜੋੜਨਾ ਪਵੇਗਾ ਔਰ ਉਹਦੇ ਨਾਲ ਕੀ ਹੈ? ਸਥਿਰਤਾ ਬਣੀ ਰਹੇਗੀ ਪੰਜਾਬ ਦੇ ਵਿੱਚ। ਠੀਕ ਹੈ, ਨੈਕਸਟ ਹੈ ਖੇਤੀ ਦਾ ਵਿਕਾਸ ਹੋਣਾ। ਖੇਤੀ ਦਾ ਵਿਕਾਸ ਕਿਵੇਂ ਹੋਏਗਾ? ਅਗਰ ਦੇਖੋ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਦਾ ਉਤਪਾਦਨ ਹੋ ਰਿਹਾ, ਅਗਰ ਉਹਨੂੰ ਯੂਟੀਲਾਈਜ਼ ਕੀਤਾ ਜਾਏਗਾ, ਯੂਟੀਲਾਈਜ਼
ਯੂਟੀਲਾਈਜ਼ ਕਿਹਦੇ 'ਚ ਕਰਾਂਗੇ, ਕੱਚੇ ਮਾਲ ਦੇ ਰੂਪ ਵਿੱਚ ਅਸੀਂ ਉਦਯੋਗੀਕਰਨ ਦੇ ਵਿੱਚ, ਪ੍ਰੋਡਕਸ਼ਨ ਦੇ ਵਿੱਚ ਯੂਜ਼ ਕਰਾਂਗੇ। ਠੀਕ ਹੈ ਜੀ, ਉਦਯੋਗਾਂ ਦੇ ਵਿੱਚ, ਇੰਡਸਟਰੀ ਦੇ ਵਿੱਚ ਯੂਜ਼ ਕਰਾਂਗੇ। ਠੀਕ ਹੈ, ਸਾਨੂੰ ਬਾਹਰੋਂ ਨਹੀਂ ਮੰਗਵਾਉਣਾ ਪਏਗਾ। ਤੇ ਜੇ ਅਸੀਂ ਉਹਦੀ ਯੂਟੀਲਾਈਜ਼ ਸਹੀ ਤਰੀਕੇ ਨਾਲ ਕਰਾਂਗੇ ਤਾਂ ਕੀ ਹੋਏਗਾ, ਖੇਤੀ ਵਿੱਚ ਹੋਰ ਚੀਜ਼ਾਂ ਦੀ ਉਤਪਾਦਨ ਵੀ ਕੀਤੀ ਜਾ ਸਕਦੀ ਹੈ ਔਰ ਉਹਦੀ ਸਹੀ ਤਰੀਕੇ ਨਾਲ ਵਰਤੋਂ ਕਰਨ ਨਾਲ ਉਹਦੇ 'ਚ ਉਪਜਾਊ ਸ਼ਕਤੀ ਵਧੇਗੀ। ਠੀਕ ਹੈ, ਔਰ ਖੇਤੀ ਦਾ ਵੀ ਵਿਕਾਸ ਹੋਰ ਹੋਵੇਗਾ। ਠੀਕ ਹੈ, ਔਰ ਦੂਜੇ ਨੰਬਰ 'ਤੇ ਅਸੀਂ ਇੰਡਸਟਰੀਜ਼ ਦੇ ਵਿੱਚ ਜਦੋਂ ਨਵੇਂ ਸੰਦ ਬਣਾਵਾਂਗੇ, ਨਵੀਆਂ ਮਤਲਬ ਕਿ ਔਜ਼ਾਰ ਬਣਾਵਾਂਗੇ। ਠੀਕ ਹੈ, ਉਹ ਔਜ਼ਾਰਾਂ ਨੂੰ ਅਸੀਂ ਖੇਤੀ ਦੇ ਵਿੱਚ ਵਰਤਾਂਗੇ। ਠੀਕ ਹੈ, ਔਰ ਖੇਤੀ ਦਾ ਵੀ ਕੀ ਹੋਵੇਗਾ, ਵਿਕਾਸ ਹੋਵੇਗਾ। ਨੈਕਸਟ ਹੈ ਮਜ਼ਦੂਰਾਂ ਦੇ ਰਹਿਣ ਸਹਿਣ ਦੇ ਸਤਰ ਵਿੱਚ ਵਾਧਾ, ਇਨਕਰੀਜ਼ ਇਨ ਸਟੈਂਡਰਡ ਆਫ ਲਿਵਿੰਗ ਆਫ ਦਾ ਲੇਬਰ। ਦੇਖੋ, ਜੇਕਰ ਲੋਕਾਂ ਦੇ ਵਿੱਚ ਇੰਡਸਟਰੀਅਲਾਈਜੇਸ਼ਨ ਆਏਗਾ, ਉਹਨਾਂ ਦੀ ਪੂੰਜੀ ਨਿਵੇਸ਼ ਵਧੇਗਾ ਤਾਂ ਉਹਨਾਂ ਦੇ ਕੋਲ ਪੈਸਾ ਵੀ ਆਏਗਾ। ਪੈਸੇ ਦੇ ਨਾਲ ਨਾਲ ਉਹਨਾਂ ਕੋਲ ਆਮਦਨ ਵਧੇਗੀ। ਆਮਦਨ ਦੇ ਨਾਲ ਨਾਲ ਉਹਨਾਂ ਨੂੰ ਕੀ ਹੋਏਗਾ, ਉਹਨਾਂ ਦਾ ਰਹਿਣ ਸਹਿਣ ਵੀ ਵਧੇਗਾ, ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਵੀ ਇਨਕਰੀਜ਼ ਹੋਏਗਾ। ਠੀਕ ਹੈ, ਨੈਕਸਟ ਹੈ ਨੌਕਰੀਆਂ ਦੇ ਅਵਸਰਾਂ ਵਿੱਚ ਵਾਧਾ, ਇਨਕਰੀਜ਼ ਇਨ ਜੌਬ ਓਪਰਚੁਨਿਟੀ। ਕਿ ਜਦੋਂ ਦੇਖੋ ਛੋਟੇ ਜਿੰਨੇ ਵੀ ਉਦਯੋਗ ਆ ਉਹਨਾਂ ਵਿੱਚ ਆਪਾਂ ਨੂੰ ਮਜ਼ਦੂਰਾਂ ਦੀ ਲੋੜ ਬਹੁਤ ਪੈਂਦੀ ਹੈ। ਜਿਹੜੇ ਖੇਤੀ ਵਿਕਾਸ ਵਿੱਚ ਜਿਹੜੇ ਲੋਕ ਲੱਗੇ ਹੁੰਦੇ ਹਨ, ਉਹ ਮਤਲਬ ਕਿ ਛੁਪੀ ਹੋਈ ਬੇਰੁਜ਼ਗਾਰੀ ਬਾਰੇ ਤੁਹਾਨੂੰ ਪਤਾ ਹੀ ਹੋਏਗਾ। ਜਿਹੜੀ ਛੁਪੀ ਹੋਈ ਬੇਰੁਜ਼ਗਾਰੀ ਹੈ ਉਧਰੋਂ ਚੇਂਜ ਹੋ ਕੇ ਕੀ ਹੈ, ਉਦਯੋਗੀਕਰਨ ਦੇ ਵਿੱਚ ਚੇਂਜ ਹੋਵੇਗੀ ਔਰ ਜਿਹਦੇ ਨਾਲ ਕੀ ਹੈ ਕਿ ਨੌਕਰੀ ਜਿਹੜੀ ਬੇਰੁਜ਼ਗਾਰ ਨੂੰ ਰੁਜ਼ਗਾਰ ਵੀ ਮਿਲੇਗਾ। ਜ਼ਿਆਦਾਤਰ ਆਪਾਂ ਨੂੰ ਸੀਜ਼ਨਲੀ ਜਾਂ ਫਿਰ ਡਿਸਗਨਿਸ਼ਡ ਮਤਲਬ ਕਿ ਛੁਪੀ ਹੋਈ ਬੇਰੁਜ਼ਗਾਰੀ ਹੀ ਉੱਥੇ ਆਪਾਂ ਨੂੰ ਖੇਤੀਬਾੜੀ ਦੇ ਵਿੱਚ ਮਿਲਦੀ ਹੈ। ਠੀਕ ਹੈ, ਨੈਕਸਟ ਹੈ ਵਿਦੇਸ਼ੀ ਵਪਾਰ ਵਿੱਚ ਵਾਧਾ ਹੋਣਾ, ਮਤਲਬ ਕਿ ਇਨਕਰੀਜ਼ ਇਨ ਫੋਰਨ ਟ੍ਰੇਡ। ਜਿਹੜੀਆਂ ਚੀਜ਼ਾਂ ਆਪਾਂ ਜ਼ਿਆਦਾਤਰ ਉਧਰੋਂ ਮੰਗਵਾਉਂਦੇ ਹਾਂ, ਕਿਹਦਾ ਵਿਦੇਸ਼ੀ ਵਪਾਰ ਵਿੱਚੋਂ ਮੰਗਵਾਉਂਦੇ ਹਾਂ, ਉਹ ਸਾਨੂੰ ਉਧਰੋਂ ਨਾ ਮੰਗਵਾਉਂਦੇ ਹੋਏ ਅਸੀਂ ਇੱਧਰੋਂ ਚੀਜ਼ਾਂ ਉਲਟਾ ਉਧਰ ਭੇਜਾਂਗੇ ਔਰ ਜਿਹੜੀ ਅਸੀਂ ਵੱਧ ਕੀਮਤ ਉਧਰੋਂ ਮੰਗਵਾ ਰਹੇ ਸੀ, ਹੁਣ ਅਸੀਂ ਘੱਟ ਕੀਮਤ ਉੱਤੇ ਵੇਚ ਕੇ, ਠੀਕ ਹੈ, ਜਿੰਨੀ ਸਾਡੀ ਵੈਲਿਊ ਹੈਗੀ ਉਸ ਤੋਂ ਥੋੜੀ ਵੱਧ ਕਰਕੇ ਉਹਨੂੰ ਘੱਟ ਕੀਮਤ ਉੱਤੇ ਵੇਚ ਕੇ ਅਸੀਂ ਵੱਧ ਨਿਵੇਸ਼ ਕਮਾ ਸਕਦੇ ਹਾਂ ਔਰ ਜਿਹਦੇ ਨਾਲ ਸਾਡਾ ਪ੍ਰੋਡਕਸ਼ਨ ਸਾਡਾ ਜਿਹੜਾ ਲਿੰਕ ਹੈ ਉਹ ਵਿਦੇਸ਼ੀ ਵਪਾਰ ਦੇ ਨਾਲ ਜੁੜ ਜਾਵੇਗਾ। ਠੀਕ ਹੈ, ਇਹਦੇ 'ਚ ਕਾਫੀ ਸਾਰੇ ਕਹਿੰਦਾ ਸਾਈਕਲ, ਉਸਦੇ ਭਾਗ, ਹੌਜ਼ਰੀ ਉਤਪਾਦ, ਹੈਂਡ ਟੂਲਸ, ਚਮੜੀ ਦੇ ਉਤਪਾਦ, ਸਾਰੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਇਹਨਾਂ ਨੂੰ ਇੰਪੋਰਟ ਕੀਤਾ ਜਾ ਸਕਦਾ ਔਰ ਉਧਰੋਂ ਆਪਾਂ ਪੇਮੈਂਟ ਲਿਆ ਸਕਦੇ ਹਾਂ। 1999-2000 ਵਿੱਚ ਕਹਿੰਦਾ ਕੁੱਲ ਜਿਹੜਾ ਨਿਰਯਾਤ ਕੀਤਾ ਗਿਆ ਉਹ 4062 ਕਰੋੜ ਰੁਪਏ ਦਾ ਸੀ। ਨੈਕਸਟ ਹੈ ਆਰਥਿਕ ਸਥਿਰਤਾ, ਅਟੇਨਿੰਗ ਇਕਨੋਮਿਕ ਸਟੇਬਿਲਿਟੀ। ਕਹਿੰਦਾ ਕਿ ਜ਼ਿਆਦਾਤਰ ਜਦੋਂ ਤੁਹਾਨੂੰ ਪਤਾ ਹੀ ਹੈ, ਉਹੀ ਗੱਲ ਰਿਪੀਟ ਹੋ ਰਹੀ ਹੈ ਕਿ ਜ਼ਿਆਦਾਤਰ ਜਿਹੜੇ ਲੋਕ ਖੇਤੀ 'ਤੇ ਨਿਰਭਰ ਹੋ ਰਹੇ ਸੀ ਤਾਂ ਉਹਨਾਂ ਦੀ ਚੀਜ਼ਾਂ ਦੀ ਅਸਮਾਨ ਵੰਡ ਹੋ ਰਹੀ ਸੀ ਔਰ ਉਹਨਾਂ ਦੀ ਯੂਜ਼ਸ ਵੀ ਬਹੁਤ ਜ਼ਿਆਦਾ ਹੋ ਰਹੀ ਸੀ। ਠੀਕ ਹੈ, ਔਰ ਜੇਕਰ ਅਸੀਂ ਉਦਯੋਗੀਕਰਨ ਸ਼ੁਰੂ ਕਰਦੇ ਹਾਂ ਤੇ ਜਿਹੜੇ ਲੋਕਾਂ ਦੁਆਰਾ ਤਿਆਰ ਕੀਤਾ ਗਿਆ ਇੰਡਸਟਰੀਅਲਾਈਜੇਸ਼ਨ ਹੈ ਤੇ ਜਿਹੜੀ ਉਹਦੀ ਵੰਡ ਹੈ ਉਹ ਸਥਿਰਤਾ ਦੇ ਰੂਪ ਵਿੱਚ ਯੂਜ਼ ਹੋਵੇਗੀ। ਠੀਕ ਹੈ, ਦੋਨਾਂ ਦੇ ਵਿੱਚ ਬੈਲੈਂਸ ਬਣਿਆ ਰਹੇਗਾ। ਠੀਕ ਹੈ, ਤੇ ਜਿਹਦੇ ਨਾਲ ਆਰਥਿਕ ਸਥਿਰਤਾ ਵੀ ਬਣੀ ਰਹੇਗੀ। ਨੈਕਸਟ ਹੈ ਧਨ ਦਾ ਇਕੱਠ। ਕੀ ਕਹਿੰਦਾ ਕਿ ਜੇਕਰ ਅਸੀਂ ਉਹ ਉਦਯੋਗੀਕਰਨ ਦੇ ਵਿਕਾਸ ਨਾਲ ਸਾਡੇ ਵਿੱਚ ਪੂੰਜੀ ਨਿਵੇਸ਼ ਹੋਏਗਾ, ਜੇਕਰ ਪੂੰਜੀ ਨਿਵੇਸ਼ ਹੋਵੇਗਾ ਤਾਂ ਲੋਕਾਂ ਦੀ ਭਲਾਈ ਹੋਵੇਗੀ, ਉਹਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਪ੍ਰਤੀ ਵਿਅਕਤੀ ਆਮਦਨ ਵੀ ਵਧੇਗੀ। ਠੀਕ ਹੈ, ਨੈਕਸਟ ਹੈ ਰਾਜ ਦਾ ਵਿਕਾਸ। ਠੀਕ ਹੈ, ਔਰ ਉਦਯੋਗੀ ਵਿਕਾਸ ਦੇ ਨਾਲ ਪੰਜਾਬ ਦੇ ਵਿੱਚ ਅਰਥ ਵਿਵਸਥਾ 'ਚ ਕਹਿੰਦਾ ਰਾਜ ਦਾ ਵਿਕਾਸ ਹੋਏਗਾ। ਜੇਕਰ ਉਦਯੋਗੀਕਰਨ ਆਵੇਗਾ, ਉਹਦੇ ਨਾਲ ਰਿਲੇਟਡ ਜਿਹੜੇ ਚੀਜ਼ਾਂ ਦੀ ਲੋੜ ਹੋਵੇਗੀ ਪੰਜਾਬ ਦੇ ਵਿੱਚ, ਉਹਨਾਂ ਦੀ ਵੀ ਹੀ ਨਾਲ ਡਿਵੈਲਪਮੈਂਟ ਹੋਵੇਗੀ। ਵਪਾਰਿਕ ਬੈਂਕ ਆਉਣਗੇ, ਕੋਆਪਰੇਟਿਵ ਬੈਂਕਸ, ਠੀਕ ਹੈ, ਆਵਾਜਾਈ, ਸੰਚਾਰ, ਬੈਂਕਿੰਗ, ਬੀਮਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਨਾਲ ਹੀ ਜੁੜੀਆਂ ਹੁੰਦੀਆਂ ਨੇ, ਉਹਨਾਂ ਨੂੰ ਵੀ ਨਾਲ ਹੀ ਲਿਆਂਦਾ ਜਾਵੇਗਾ ਪੰਜਾਬ ਦੇ ਵਿੱਚ ਔਰ ਉਹਨਾਂ ਦੀ ਵੀ ਡਿਵੈਲਪਮੈਂਟ ਹੋਏਗੀ। ਜਦੋਂ ਉਹਨਾਂ ਦੀ ਡਿਵੈਲਪਮੈਂਟ ਹੋਏਗੀ ਤੇ ਨਾਲ ਆਪਣੇ ਪੰਜਾਬ ਦੀ ਵੀ ਡਿਵੈਲਪਮੈਂਟ ਹੋਵੇਗੀ। ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ, ਅਗਰ ਇੱਕ ਕੰਮ ਸ਼ੁਰੂ ਕਰਦੇ ਨਾ, ਰਿਲੇਟਡ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਉਹਦੇ ਨਾਲ ਜੁੜੀਆਂ ਚੀਜ਼ਾਂ ਉਹ ਵੀ ਆਪਣੇ ਨਾਲ